ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਨਵਜੋਤ ਕੌਰ। ਸਭ ਤੋਂ ਪਹਿਲਾਂ ਗੱਲ ਖੇਤੀ ਕਾਨੂੰਨਾਂ ਦੀ, ਜਿਸ ਤੇ ਕੱਲ ਸਾਰਾ ਦਿਨ ਮੰਥਨ ਚੱਲਿਆ ਪਰ ਅਖੀਰ ਦੇ ਵਿੱਚ ਨਿਕਲਿਆ ਕੁਝ ਵੀ ਨਹੀਂ। 8ਵੇਂ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ, ਨਾ ਤਾਂ ਸਰਕਾਰ ਪਿੱਛੇ ਹਟੀ ਤੇ ਨਾ ਹੀ ਕਿਸਾਨ, ਦੋਵੇਂ ਧਿਰਾਂ ਅੜੀਆਂ ਰਹੀਆਂ। ਵੇਖੋ ਪੂਰੇ ਦਿਨ ਦੀ ਇਹ ਸੰਖੇਪ ਰਿਪੋਰਟ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ 8ਵੇਂ ਦੌਰ ਦੀ ਮੀਟਿੰਗ ਦਾ ਨਤੀਜਾ ਵੀ ਪਹਿਲੀਆਂ ਮੀਟਿੰਗਾਂ ਵਾਲਾ ਹੀ ਰਿਹਾ। ਗੱਲ ਕਿਸੇ ਤਨ ਪਤਨ ਨਹੀਂ ਲੱਗੀ। ਯੈਸ ਔਰ ਨੋ ਦੇ ਬਾਅਦ ਗੱਲ ਹੁਣ ਜਾਂ ਮਰਾਂਗੇ ਜਾਂ ਜਿੱਤਾਂਗੇ ਤੱਕ ਪਹੁੰਚ ਗਈ ਹੈ। ਇਹ ਕਿਸਾਨਾਂ ਦਾ ਨਵਾਂ ਨਾਰਾ ਹੈ। ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵਿੱਚ ਖੇਤੀ ਕਾਨੂੰਨ ਰੱਦ ਹੋਣ ਬਾਰੇ ਜਦੋਂ ਗੱਲ ਅੱਗੇ ਨਾ ਤੁਰੀ ਤਾਂ ਕਿਸਾਨਾਂ ਨੇ ਜਾਂ ਮਰਾਂਗੇ ਜਾਂ ਜਿੱਤਾਂਗੇ ਸਲੋਗਨ ਵਾਲੇ ਪਰਚੇ ਦਿਖਾਏ, ਜਿਸ ਦੇ ਬਾਅਦ ਮੀਟਿੰਗ ਦੇ ਵਿੱਚ ਚਰਚਾ ਕਰਨ ਦੇ ਲਈ ਬਹੁਤਾ ਕੁਝ ਬਚਿਆ ਨਹੀਂ ਸੀ ਅਤੇ ਬਿਨਾਂ ਕਿਸੇ ਸਿੱਟੇ ਤੇ ਪਹੁੰਚੇ 8ਵੇਂ ਦੌਰ ਦੀ ਮੀਟਿੰਗ ਵੀ ਖਤਮ ਹੋ ਗਈ। ਅਗਲੀ ਮੀਟਿੰਗ ਦੇ ਲਈ 15 जनवरी ਦੀ ਤਾਰੀਖ ਮੁਕਰਰ ਕਰ ਦਿੱਤੀ ਗਈ। वार्ता में तीनों कानूनों से संबंधित ही चर्चा होती रही, लेकिन कोई निर्णय आज नहीं हो सका। सरकार का लगातार यह आग्रह रहा कि रिपील के अतिरिक्त कोई और विकल्प अगर यूनियन दे तो सरकार उस पर विचार करेगी, लेकिन बहुत देर तक चर्चा के बाद भी कोई विकल्प आज प्रस्तुत नहीं किए जा सके और इसलिए आज चर्चा का दौर यहीं स्थगित हुआ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਅੱਗੇ ਦਲੀਲ ਪੇਸ਼ ਕੀਤੀ ਕਿ ਇਹ ਕਾਨੂੰਨ ਪੂਰੇ ਦੇਸ਼ ਦੇ ਲਈ ਨੇ। ਕੁਝ ਕਿਸਾਨ ਜਥੇਬੰਦੀਆਂ ਕਾਨੂੰਨਾਂ ਦੇ ਹੱਕ ਵਿੱਚ ਵੀ ਨੇ, ਇਸ ਲਈ ਕਾਨੂੰਨ ਰੱਦ ਨਹੀਂ ਹੋ ਸਕਦੇ। ਤੁਸੀਂ ਜੋ ਸੋਧਾਂ ਕਰਵਾਉਣੀਆਂ ਨੇ ਉਹ ਕਰਵਾ ਲਓ, ਪਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਇਸ ਦਲੀਲ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਫਿਰ ਤੋਂ ਦੁਹਰਾਈ। ਇਹ ਸਰਕਾਰ ਨੇ ਤਾਂ ਬੇੜਾ ਗਰਕ ਕਰਤਾ ਸਾਡੇ ਦੇਸ਼ ਦਾ। ਜਦ ਦੀ ਸਰਕਾਰ ਆਈ ਆ ਨੋਟਬੰਦੀ ਕਰਤੀ, GST ਕਿਸਾਨਾਂ ਤੇ ਲਾਤੀ ਇਹਨਾਂ ਨੇ। ਤੀਜਾ ਇਹ ਕਾਨੂੰਨ ਬਣਾ ਕੇ ਸਾਨੂੰ ਖਰਾਬ ਲੱਗੇ ਹੋਏ ਨੇ ਕਰਨੇ ਤੇ ਕਿਸਾਨਾਂ ਨੂੰ ਮਾਰਨ ਲੱਗੇ ਹੋਏ ਨੇ। ਕੋਈ ਗੱਲ ਨਹੀਂ, ਅਸੀਂ ਵੱਡੇ ਅੰਦੋਲਨ ਦੀ ਵੱਡੀ ਤਿਆਰੀ ਕਰਾਂਗੇ ਤੇ ਲੋਕਾਂ ਨੂੰ ਹੋਰ ਜੋੜਾਂਗੇ, ਹੋਰ ਸਟੇਟਾਂ ਨੂੰ ਨਾਲ ਜੋੜਾਂਗੇ ਤੇ ਪਰ ਇੱਕ ਸਾਨੂੰ ਇਹਨਾਂ ਨੇ ਡੇਟ ਵੀ ਦਿੱਤੀ ਆ ਕਿ ਵਿਕਲਪ ਤੋਮਰ ਸਾਹਿਬ ਕਹਿ ਰਹੇ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਕਿਸਾਨ ਜਥੇਬੰਦੀਆਂ ਦੇ ਨਹੀਂ। ਅਸੀਂ ਕਿਹਾ ਕਾਨੂੰਨ ਰੱਦ ਕਰਵਾਉਣੇ ਆ, ਕੋਈ ਵਿਕਲਪ ਨਹੀਂ ਸਾਡੇ ਕੋਲ। ਅੱਜ ਦੀ ਮੀਟਿੰਗ ਵੀ ਕੁਝ ਵੀ ਨਹੀਂ ਯਾਰ, ਜੋ ਬੈਠੇ ਆ ਜਾ ਕੇ ਉਹਨਾਂ ਨੇ ਇੱਕੋ ਗੱਲ ਕਰਤੀ ਪਈ, ਅਸੀਂ ਰਿਪੀਲ ਨਹੀਂ ਕਰ ਸਕਦੇ। ਐਸੇ ਤੁਸੀਂ ਰਿਪੀਲ ਨਹੀਂ ਕਰ ਸਕਦੇ ਤਾਂ ਅਸੀਂ ਇਸ ਤੋਂ ਥੱਲੇ ਆ ਨਹੀਂ ਸਕਦੇ। ਬੈਠੇ ਰਹੋ, ਫਿਰ ਕੋਈ ਦਿੱਕਤ ਨਹੀਂ, ਬੈਠੇ ਰਵਾਂਗੇ। ਉਹ ਗੱਲ ਤਾਂ ਸਿਰਫ ਇਹੀ ਹੋਈ ਹੈ, ਕੱਖ ਵੀ ਨਹੀਂ ਹੋਇਆ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਹੁਣ 15 ਜਨਵਰੀ ਵਾਲੀ ਮੀਟਿੰਗ ਵੱਲ ਘੱਟ ਫੋਕਸ ਆ ਤੇ 26 ਜਨਵਰੀ ਦੇ ਜਿਹੜੀ ਪਰੇਡ ਕਰਨੀ ਉਹਦੇ ਵੱਲ ਜ਼ਿਆਦਾ ਧਿਆਨ। ਫਾਈਨਲ ਮੈਚ ਜਿਹੜਾ ਸਾਡਾ ਉਧਰ ਵੱਧ ਧਿਆਨ ਹੋਊਗਾ। ਬਾਕੀ ਮੀਟਿੰਗ ਤੇ ਹਰ ਵਾਰੀ ਆਏ ਕੁਝ ਹੋ ਰਿਹਾ ਨਾ, ਨਿਕਲ ਹੀ ਨਹੀਂ ਕੁਝ ਰਿਹਾ ਤੇ ਫਿਰ ਬਾਰ-ਬਾਰ ਮੀਟਿੰਗ ਤੇ ਆਉਣਾ ਜਾਣਾ ਹੀ ਹੈ ਮੀਟਿੰਗ ਵਾਲਾ ਤਾਂ। ਬਾਕੀ ਉਹ ਜਿਹੜਾ ਸਾਡਾ ਪ੍ਰੋਗਰਾਮ ਲਿਖਿਆ ਉਹ ਤੇ ਵੱਧ ਤੋਂ ਵੱਧ ਧਿਆਨ ਦਿੱਤਾ ਜਾਊਗਾ। ਮੀਟਿੰਗ ਦੇ ਅੰਦਰ ਮਾਹੌਲ ਕੋਈ ਬਹੁਤਾ ਸਾਜ਼ਗਾਰ ਨਹੀਂ ਸੀ। ਨਿਊਜ਼ 18 ਦੇ ਸੂਤਰਾਂ ਮੁਤਾਬਕ ਖੇਤੀਬਾੜੀ ਮੰਤਰੀ ਤੇ ਕਿਸਾਨ ਲੀਡਰਾਂ ਅਤੇ ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਦੇ ਵਿਚਾਲੇ ਤਿੱਖੀ ਬਹਿਸ ਹੋਈ। ਇੱਕ ਮੌਕੇ ਤੇ ਕਿਸਾਨਾਂ ਨੇ ਮੀਟਿੰਗ ਦੇ ਵਿੱਚ ਮੌਨ ਵੀ ਧਾਰਿਆ, ਚਾਹ ਤੱਕ ਨਹੀਂ ਪੀਤੀ। ਹਾਲਾਤ ਇਹ ਸੀ ਕਿ ਕਰੀਬ 2.5 ਘੰਟੇ ਦੀ ਮੀਟਿੰਗ ਵਿੱਚ ਬਹੁਤ ਥੋੜੇ ਸਮੇਂ ਲਈ ਮੰਤਰੀਆਂ ਤੇ ਕਿਸਾਨਾਂ ਦੀ ਗੱਲਬਾਤ ਹੋਈ। ਬਾਕੀ ਸਮਾਂ ਕਿਸਾਨ ਮੀਟਿੰਗ ਹਾਲ ਦੇ ਵਿੱਚ ਅਤੇ ਮੰਤਰੀ ਵੱਖਰੇ ਕਮਰੇ ਦੇ ਵਿੱਚ ਆਪਸ ਵਿੱਚ ਚਰਚਾ ਕਰਦੇ ਰਹੇ। ਦਿੱਲੀ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18। ਅਗਲੀ ਵੱਡੀ ਖਬਰ ਬਾਬਾ ਲੱਖਾ ਸਿੰਘ ਦੇ ਨਾਲ ਜੁੜੀ ਹੋਈ ਹੈ। ਬਾਬਾ ਲੱਖਾ ਸਿੰਘ ਦੇ ਨਾਲ ਮੁਲਾਕਾਤ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ। ਬਾਬਾ ਲੱਖਾ ਸਿੰਘ ਨੇ ਹੀ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਤੋਮਰ ਵੱਲੋਂ ਇਹ ਗੱਲ ਕਹੀ ਗਈ, ਮੈਂ ਹੀ ਬਾਬਾ ਲੱਖਾ ਸਿੰਘ ਨੂੰ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਸੀ। ਔਰ ਬਾਬਾ ਲੱਖਾ ਸਿੰਘ ਦੀ ਇਸ ਐਂਟਰੀ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਇੱਕ ਤਰ੍ਹਾਂ ਨਿੰਦਾ ਵੀ ਕੀਤੀ ਸੀ। ਉਹਨਾਂ ਨੂੰ ਇਹ ਗੱਲ ਰਾਸ ਨਹੀਂ ਆਈ ਸੀ ਕਿ ਕੋਈ ਵੀ ਬਾਹਰਲਾ ਵਿਅਕਤੀ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਕਰੇ ਤੇ ਕਿਸਾਨਾਂ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਬਾਹਰਲਾ ਵਿਅਕਤੀ ਸਾਡੇ ਕਿਸੇ ਮਸਲੇ ਦੇ ਵਿੱਚ ਦਖਲ ਦੇਵੇ। ਅਸੀਂ ਆਪ ਹੀ ਇਸ ਮਸਲੇ ਨੂੰ ਨਜਿੱਠਣ ਦੇ ਲਈ ਕਾਫੀ ਹਾਂ। मैंने सरकार के कानूनी पक्ष को उनके समक्ष रखा और मैंने उनको यह भी बताया कि यूनियन से चर्चा के दौरान जो उनकी कठिनाइयां हम लोगों को संज्ञान में आईं, उन पर हम लोगों ने एक लिखित प्रस्ताव भी यूनियन को दिया कि सरकार इन पर खुले मन से विचार करने के लिए तैयार है, लेकिन यूनियन ने उन सारी चीज़ को
खारिज कर दिया। और मैंने उनसे ये प्रार्थना की कि आप यूनियंस के लीडर्स से बात करें। यूनियन के लीडर रिपील के अतिरिक्त जो भी विचार व्यक्त करते हैं वो सीधा हमको विचार व्यक्त करें, हमको प्रस्ताव दें, अथवा वो अगर आपको भी कोई प्रस्ताव देते हैं और आप हमको कन्वे करते हैं तो भी निश्चित रूप से हम विचार करेंगे। तो मध्यस्थता के लिए हमने बाबा लखा सिंह जी को नहीं कहा, उनके मन में किसानों के प्रति जो दर्द था उसके कारण उन्होंने हमको कहा। तो स्वाभाविक रूप से विषय किसानों का भी है और विषय धार्मिक संत का भी है, तो किसानों का भी सम्मान हमारे मन में है और धार्मिक संत का भी सम्मान हमारे मन में है। इसलिए बाबा लखा सिंह जी से बहुत अच्छे वातावरण में चर्चा हुई और मुझे आशा है कि शायद उन्होंने संबंधित लोगों से बात की हो। ਤਾਂ ਬੀਤੇ ਦਿਨ 8ਵੇਂ ਦੌਰ ਦੀ ਗੱਲਬਾਤ ਹੋਈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਔਰ ਅਗਲੀ ਜਿਹੜੀ ਤਾਰੀਖ ਮੁਕਰਰ ਕੀਤੀ ਗਈ ਹੈ ਉਹ 15 ਜਨਵਰੀ ਦੀ ਹੈ ਤੇ ਕਿਸਾਨ ਅੰਦੋਲਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਇਹ ਅੰਦੋਲਨ ਹੁਣ ਕਿਸੇ ਇੱਕ ਵਰਗ ਜਾਂ ਫਿਰ ਇੱਕ ਧਰਮ ਦਾ ਨਹੀਂ ਬਲਕਿ ਸਰਬ ਸਾਂਝਾ ਅੰਦੋਲਨ ਹੋ ਗਿਆ ਹੈ। ਮੇਰੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿ ਸਮੁੱਚੇ ਸਿੱਖ ਪੰਥ ਦੀ ਅਗਵਾਈ ਕਰਦੇ ਨੇ, ਤਾਂ ਉਹ ਇਸ ਅੰਦੋਲਨ ਨੂੰ ਕਿੱਦਾਂ ਦੇਖਦੇ ਨੇ ਕਿਉਂਕਿ ਸੜਕਾਂ ਤੇ ਖਾਸ ਤੌਰ ਤੇ ਪੰਜਾਬੀ ਅਤੇ ਸਿੱਖਾਂ ਦੀ ਜਿਹੜੀ ਬਹੁਤ ਵੱਡੀ ਗਿਣਤੀ ਹੈ, ਤਾਂ ਉਹ ਇਸ ਅੰਦੋਲਨ ਨੂੰ ਕਿੱਦਾਂ ਦੇਖ ਰਹੇ ਨੇ ਔਰ ਪੰਥ ਦੇ ਲਈ ਉਹਨਾਂ ਦਾ ਕੀ ਸੁਨੇਹਾ ਨੇ, ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਦੇ ਹਾਂ। ਸਿੰਘ ਸਾਹਿਬ, ਸਭ ਤੋਂ ਪਹਿਲਾਂ ਤਾਂ ਇਸ ਅੰਦੋਲਨ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਕਿਉਂਕਿ ਲਗਾਤਾਰ ਜਿਹੜਾ ਅੰਦੋਲਨ ਹੈ ਖਤਮ ਹੋਣ ਦੀ ਬਜਾਏ ਗਾਂਹ ਨੂੰ ਵਧਦਾ ਜਾ ਰਿਹਾ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਔਰ ਕੀ ਸੋਚਦੇ ਹੋ ਕਿ ਇਹ ਅੰਦੋਲਨ ਹੁਣ ਖਤਮ ਹੋਣ ਵਾਲੇ ਪਾਸੇ ਵਧੇਗਾ ਜਾਂ ਫਿਰ ਨਹੀਂ? ਜਦੋਂ ਇਹ ਖੇਤੀ ਬਿੱਲ ਜਿਹੜੇ ਪਾਸ ਹੋਏ ਸੀਗੇ ਤੇ ਕਿਸਾਨਾਂ ਦੇ ਵਿੱਚ ਇਹਨਾਂ ਬਿੱਲਾਂ ਨੂੰ ਲੈ ਕੇ ਰੋਹ ਦੀ ਭਾਵਨਾ ਪ੍ਰਗਟ ਹੋਈ ਸੀ, ਤਾਂ ਉਸ ਵਕਤ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਜੋ ਦਰਸ਼ਨੀ ਡਿਊਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸੰਦੇਸ਼ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ, ਉਹਦੇ ਵਿੱਚ ਵੀ ਸਪੈਸ਼ਲੀ ਅਪੀਲ ਕੀਤੀ ਗਈ ਸੀ ਸਾਰੀ ਸਿੱਖ ਸੰਗਤ ਨੂੰ ਕਿ ਭਾਵੇਂ ਇਹ ਅੰਦੋਲਨ ਜਿਹੜਾ ਹੈ ਉਹ ਕਿਸਾਨਾਂ ਦਾ ਹੈ, ਭਾਰਤ ਭਰ ਦੇ ਕਿਸਾਨਾਂ ਦਾ ਹੈ, ਪਰ ਸਿੱਖ ਜਿਹੜੇ ਹੈ ਕਿਉਂਕਿ ਹਰ ਸਮੇਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਜੂਝਦੇ ਆਏ ਹੈ, ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆਏ, ਇਸ ਕਰਕੇ ਇਸ ਅੰਦੋਲਨ ਦੇ ਵਿੱਚ ਸਿੱਖ ਕੌਮ ਜਿਹੜੀ ਹੈ ਪੂਰਾ ਭਾਰਤ ਦੇ ਕਿਸਾਨਾਂ ਦਾ ਸਾਥ ਦੇਵੇ। ਤੇ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਕਾਫੀ ਸਹਿਯੋਗ ਜਿਹੜਾ ਹੈ ਸਾਡੀਆਂ ਕੌਮੀ ਸੰਸਥਾਵਾਂ ਨੇ ਦਿੱਤਾ ਹੈ ਤੇ ਮੈਂ ਬਾਰ-ਬਾਰ ਇਹੋ ਹੀ ਅਪੀਲ ਕਰਦਾ ਆਇਆ ਤੇ ਹੁਣ ਵੀ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਦੋਲਨ ਜਿਹੜਾ ਹੈ ਭਾਰਤ ਭਰ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ ਅੰਦੋਲਨ ਹੈ, ਕਿਸੇ ਵਿਸ਼ੇਸ਼ ਧਰਮ ਦਾ ਅੰਦੋਲਨ ਨਹੀਂ ਹੈ। ਹਾਂ, ਕਿਉਂਕਿ ਅਸੀਂ ਸਿੱਖ ਜਿਹੜੇ ਹੈ ਸਾਡੇ ਅੰਦਰ ਗੁਰੂ ਸਾਹਿਬਾਨਾਂ ਨੇ ਸਾਨੂੰ ਪਰ ਉਪਕਾਰ ਦੀ ਜਿਹੜੀ ਹੈ ਇੱਕ ਚਿੰਨ੍ਹ ਦਿੱਤੀ ਹੈ ਤੇ ਉਹਦੇ ਸਦਕਾ ਵੱਧ ਤੋਂ ਵੱਧ ਲੰਗਰ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਲਾ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਿੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤੇ ਲੰਗਰ ਸਿੱਖਾਂ ਦੇ ਚੱਲਣੇ ਹੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ। ਇਸ ਵਕਤ ਪੂਰਾ ਸਿਖਰ ਦੇ ਉੱਤੇ ਇਹ ਅੰਦੋਲਨ ਪਹੁੰਚਿਆ ਹੋਇਆ ਹੈ ਤੇ ਬੜੀ ਹੀ ਸੰਜੀਦਗੀ ਤੋਂ ਕੰਮ ਲੈਣ ਦੀ ਇਸ ਵਕਤ ਬੜੀ ਵੱਡੀ ਲੋੜ ਹੈ। ਖਾਸ ਤੌਰ ਦੇ ਉੱਤੇ ਜਿਹੜੇ ਅੰਦੋਲਨ ਦੇ ਜਿਹੜੇ ਜ਼ਿੰਮੇਵਾਰ ਆਗੂ ਨੇ ਉਹਨਾਂ ਨੂੰ ਬੜਾ ਹੀ ਸੋਚ ਸਮਝ ਕੇ ਸੰਜੀਦਗੀ ਦੇ ਨਾਲ ਫੈਸਲਾ ਲੈਣ ਦੀ ਜਿਹੜੀ ਹੈ ਜ਼ਰੂਰਤ ਹੈ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹਨਾਂ ਆਗੂਆਂ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਇਹਨੂੰ ਵੀ ਚਾਹੀਦਾ ਹੈ ਕਿ ਜਿਹੜੀਆਂ ਵੀ ਇਹਨਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਵੱਲ ਜਿਹੜਾ ਉਹ ਧਿਆਨ ਦੇਵੇ ਤੇ ਕਿਹੜਾ ਮਸਲਾ ਜਿਹਦਾ ਗੱਲਬਾਤ ਦੇ ਨਾਲ ਹੱਲ ਨਹੀਂ ਨਿਕਲਦਾ। ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਤੇ ਦੂਜੇ ਪਾਸੇ ਸਿਆਸੀ ਧਿਰਾਂ ਆਪਸ ਦੇ ਵਿੱਚ